प्यारे दर्शकों तुहाडा स्वागत है। जिस तरह असीं देखते हैं कि किसी भी भाषा नूं जदों असीं सुरੱਖਿਅਤ करते हैं या किसी गल नूं असीं याद करन हित ਜਿਹੜੇ चिन्हां ਦੀ ਵਰਤੋਂ ਕਰਦੇ ਹਾਂ ਤੇ ਉਸ ਨੂੰ ਲਿਪੀ ਕਿਹਾ ਜਾਂਦਾ। ਤੇ ਲਿਪੀ ਆ ਜਿਹੜੀ ਇਹ ਕਿਸ ਤਰ੍ਹਾਂ ਦੇ ਨਾਲ ਇਸ ਦਾ ਵਿਕਾਸ ਹੁੰਦਾ ਜਾਂ ਲਿਪੀ ਕਦੋਂ ਤੋਂ ਆਰੰਭ ਹੁੰਦੀ ਆ, ਅਜਿਹੀਆਂ ਕੁਝ ਗੱਲਾਂ ਦੇ ਬਾਰੇ ਆਪਾਂ ਅੱਜ ਜਾਣਕਾਰੀ ਹਾਸਲ ਕਰਾਂਗੇ। ਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਹਾਜ਼ਰ ਨੇ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਸਰ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਡਾਕਟਰ ਸਾਹਿਬ। ਸਰ ਜਿਹੜੀਆਂ ਅਸੀਂ ਜਦੋਂ ਲਿਪੀ ਦੀ ਗੱਲ ਕਰਦੇ ਹਾਂ ਤੇ ਲਿਪੀ ਦੇ ਜਦੋਂ ਪੂਰੇ ਵਿਕਾਸ ਨੂੰ ਦੇਖਦੇ ਹਾਂ ਜੀ, ਲਿਪੀ ਦਾ ਆਰੰਭ ਕਦੋਂ ਹੁੰਦਾ ਤੇ ਜਿਹੜੀਆਂ ਹੁਣ ਤੱਕ ਪੂਰਾ ਇਹ ਵਿਕਾਸ ਆ ਜੀ, ਤੇ ਇਸ ਤੋਂ ਸਾਨੂੰ ਮੁੱਢ ਤੋਂ ਜਾਣਕਾਰੀ ਦਿਓ ਕਿ ਲਿਪੀ ਕਿਸ ਤਰ੍ਹਾਂ ਦੇ ਨਾਲ ਆਰੰਭ ਹੁੰਦੀ ਹੈ ਜੀ। ਡਾਕਟਰ ਗਿੰਦਰ ਸਿੰਘ, ਜਦੋਂ ਅਸੀਂ ਭਾਰਤੀ ਲਿਪੀਆਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਬਹੁਤ ਲੰਬਾ ਚੌੜਾ ਇਤਿਹਾਸ ਹੈ ਜੀ, ਕਿਉਂਕਿ ਜਿਹੜਾ ਖਿੱਤਾ ਜਿਸ ਨੂੰ ਅੱਜ ਅਸੀਂ ਭਾਰਤ ਕਹਿੰਦੇ ਆ, ਇਹ ਕਿਸੇ ਸਮੇਂ ਇੱਕ ਬਹੁਤ ਵੱਡਾ ਹਿੱਸਾ ਆਪਸ ਵਿੱਚ ਜੁੜਿਆ ਹੋਇਆ ਸੀ ਤੇ ਇਸ ਦੇ ਵਿੱਚ ਬਹੁਤ ਕਿਸਮ ਦੀਆਂ ਵਿਭਿੰਨਤਾਵਾਂ ਸੱਭਿਆਚਾਰਕ ਤੌਰ ਤੇ ਵੀ ਆਈਆਂ ਤੇ ਹੌਲੀ ਹੌਲੀ ਜਿਵੇਂ ਜਿਵੇਂ ਖੋਜ ਹੁੰਦੀ ਗਈ ਪਤਾ ਲੱਗਦਾ ਗਿਆ ਕਿ ਇਸ ਦੀ ਜਿਹੜੀ ਇਤਿਹਾਸਿਕਤਾ ਹੈ ਉਹ ਤਕਰੀਬਨ 5-6 ਹਜ਼ਾਰ ਸਾਲ ਪੁਰਾਣੀ ਹੈ। ਔਰ ਜਦੋਂ ਤੋਂ ਲਿਪੀਆਂ ਬਾਰੇ ਖੋਜ ਹੋਈ ਜਾਂ ਖੋਜ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਵਿੱਚ ਕਮ ਸੇ ਕਮ ਇਹ ਦੇਖਿਆ ਜਾਂਦਾ ਕਿ ਸਾਡੇ ਕੋਲੇ ਕੋਈ ਨਾ ਕੋਈ ਚਿੰਨ੍ਹ ਰੂਪ ਦੇ ਵਿੱਚ ਲਿਖਤ ਜਿਹੜੀ ਹੈਗੀ ਆ ਉਹ ਕਦੋਂ ਤੋਂ ਪ੍ਰਾਪਤ ਹੋਈ। ਤਾਂ ਇਹਦੇ ਬਾਰੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਤਕਰੀਬਨ 500 ਈਸਾ ਪੂਰਵ ਸਮੇਂ ਤੋਂ ਸਾਡੇ ਕੋਲੇ ਜਿਹੜੀ ਲਿਪੀ ਹੈ ਉਹ ਇਸ ਖਿੱਤੇ ਦੇ ਵਿੱਚ ਸਾਨੂੰ ਹੋਂਦ ਦੇ ਵਿੱਚ ਆਈ ਦੇ ਸਬੂਤ ਮਿਲਦੇ ਆ। ਹੁਣ ਤੁਸੀਂ ਦੂਸਰੀ ਗੱਲ ਕੀਤੀ ਕਿ ਲਿਪੀਆਂ ਵਿਸ਼ਵ ਪੱਧਰ ਤੇ ਕਿਵੇਂ ਆਈਆਂ। ਜਿੰਨੀਆਂ ਵਿਸ਼ਵ ਪੱਧਰ ਤੇ ਖੋਜਾਂ ਹੋਈਆਂ ਉਹਨਾਂ ਖੋਜਾਂ ਦੇ ਆਧਾਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਜਿਹੜੀ ਪੁਰਾਤਨ ਲਿਪੀ ਹੈ ਉਹ ਫਨੀਸ਼ੀਅਨ ਲਿਪੀ ਨੂੰ ਮੰਨਿਆ ਜਾਂਦਾ ਹੈ। ਜਿਹੜੀ ਫਨੀਸ਼ੀਅਨ ਲਿਪੀ ਹੈ ਇਹ ਯੂਨਾਨੀ ਖੇਤਰ ਦੇ ਲਾਗੇ ਚਾਗੇ ਦੀ ਲਿਪੀ ਹੈ ਤੇ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਜਿਵੇਂ ਅਸੀਂ ਕਿਸੇ ਵੀ ਖੋਜ ਦਾ ਮੂਲ ਜਾਂ ਮੁੱਢਲਾ ਕੇਂਦਰ, ਜਿਵੇਂ ਇੰਜਣ ਦਾ ਜਾਂ ਮਾਡਰਨ ਟੈਕਨੋਲੋਜੀ ਦਾ ਮੁੱਢਲਾ ਕੇਂਦਰ ਅਸੀਂ ਯੂਰਪ ਨੂੰ ਮੰਨਦੇ ਹਾਂ, ਇਸੇ ਤਰੀਕੇ ਨਾਲ ਜਿਹੜਾ ਯੂਨਾਨ ਹੈ ਉਸ ਨੂੰ ਅਸੀਂ ਲਿਪੀ ਦੀ ਬਣਤਰ ਦਾ ਕੇਂਦਰੀ ਧੁਰਾ ਮੰਨਦੇ ਹਾਂ। ਉਸ ਤੋਂ ਬਾਅਦ ਕੀ ਹੋਇਆ ਕਿ ਉਸ ਸਮੇਂ ਲੋਕ ਇੱਕ ਦੂਸਰੇ ਨਾਲ ਜੁੜੇ ਹੁੰਦੇ ਸੀ, ਵਪਾਰ ਕਰਦੇ ਸੀ, ਤਾਂ ਲਿਪੀ ਵੀ ਆਪਣੇ ਆਪ ਦੇ ਵਿੱਚ ਇੱਕ ਟੈਕਨੋਲੋਜੀ ਹੈ। ਇਹ ਟੈਕਨੋਲੋਜੀ ਹੈ ਜਿਹੜੀ ਤੁਹਾਡੇ ਬੋਲੇ ਹੋਏ ਸ਼ਬਦਾਂ ਨੂੰ ਚਿੰਨ੍ਹ ਦਾ ਸਰੂਪ ਪ੍ਰਦਾਨ ਕਰਨ ਵਾਲਾ ਜਿਹੜਾ ਵਰਤਾਰਾ ਹੈ ਜਿਹਨੂੰ ਅਸੀਂ ਲਿਪੀ ਆਖਦੇ ਹਾਂ, ਇਹ ਵੀ ਫਿਰ ਹੌਲੀ ਹੌਲੀ ਵਿਕਸਿਤ ਹੁੰਦੀ ਗਈ। ਤੇ ਸਾਡੇ ਮੰਨਿਆ ਜਾਂਦਾ ਹੈ ਕਿ ਜਿਹੜੀ ਫਨੀਸ਼ੀਅਨ ਲਿਪੀ ਹੈ ਉਸ ਦੀ ਟੈਕਨੋਲੋਜੀ ਨੂੰ ਦੇਖਦੇ ਹੋਏ ਜਦੋਂ ਉਹ ਰਿਵਾਜ ਸਾਡੇ ਇਸ ਖਿੱਤੇ ਵਿੱਚ ਆਇਆ ਜਿਹਨੂੰ ਅਸੀਂ ਅੱਜ ਭਾਰਤ ਵਰਸ਼ ਕਹਿੰਦੇ ਆ, ਤਾਂ ਇੱਥੇ ਜਿਹੜੀ ਲਿਪੀ ਹੈ ਉਹ ਸ਼ੁਰੂ ਹੋਈ। ਜਿਹੜੀ ਸ਼ੁਰੂ ਦੀ ਲਿਪੀ ਸੀ ਸਾਡੇ ਕੋਲੇ ਉਸ ਨੂੰ ਬ੍ਰਹਮੀ ਲਿਪੀ ਕਿਹਾ ਜਾਣ ਲੱਗਿਆ। ਬ੍ਰਹਮੀ ਲਿਪੀ ਦੇ ਵਿੱਚ ਖਾਸ ਤਰ੍ਹਾਂ ਦੇ ਚਿੰਨ੍ਹ ਲਏ ਗਏ। ਕੁਝ ਜਿਹੜੇ ਵਿਚਾਰਕ ਹੈ ਉਹ ਇਹ ਮੰਨਦੇ ਹੈ ਕਿ ਇੰਨੀ ਕਿਸਮ ਦੇ ਚਿੰਨ੍ਹ ਹੈ ਜਿਹੜੇ ਇਹਦੇ ਵਿੱਚ ਫਨੀਸ਼ੀਅਨ ਚੋਂ ਆਏ, ਇੰਨੀ ਕਿਸਮ ਦੇ ਚਿੰਨ੍ਹ ਆਪ ਬਣਾਏ, ਪਰੰਤੂ ਮੂਲ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਲਿਪੀ ਕੋਈ ਬਣਦੀ ਹੈ ਉਹਦੇ ਵਿੱਚ ਚਿੰਨ੍ਹ ਦੀ ਬਣਤਰ ਤੇ ਉਸ ਚਿੰਨ੍ਹ ਨੂੰ ਜਿਹੜਾ ਉਹਦੇ ਨਾਲ ਜੋੜਿਆ ਗਿਆ ਸਾਊਂਡ ਹੈ ਜਾਂ ਧਵਨੀ ਹੈ, ਇਹ ਦੋਨੇ ਹਰ ਲਿਪੀ ਦੇ ਵਿੱਚ ਵੱਖੋ ਵੱਖਰੀਆਂ ਹੁੰਦੀਆਂ। ਇਸ ਕਰਕੇ ਭਾਵੇਂ ਦੇਖਣ ਨੂੰ, ਕਿਉਂਕਿ ਚਿੰਨ੍ਹਾਂ ਦੀ ਇੱਕ ਆਪਾਂ ਇਹ ਕਹਿ ਦਈਏ ਕਿ ਸੀਮਾ ਹੁੰਦੀ ਹੈ, ਤੁਸੀਂ ਜਿਹੜੀਆਂ ਲਕੀਰਾਂ ਮਾਰਦੇ ਹੋ ਉਹ ਚ ਕਿੰਨੀ ਕੁ ਵੰਨਗੀ ਲਿਆ ਸਕਦੇ ਹੋ। ਜਾਂ ਤੁਹਾਡੀ ਲਕੀਰ ਹੈ ਜਿਹੜੀ ਉਹ ਸਿੱਧੀ ਹੋਊਗੀ, ਲਕੀਰ ਟੇਢੀ ਹੋਊਗੀ, ਲਕੀਰ ਪੂਰੀ ਤਰ੍ਹਾਂ ਗੋਲ ਹੋਊਗੀ ਜਾਂ ਅਰਧ ਗੋਲ ਹੋਊਗੀ, ਉਹਦੇ ਵਿੱਚ ਡਾਟ ਲਾ ਦਿਓਗੇ, ਥੱਲੇ ਛੋਟੀ ਹੋਰ ਲਕੀਰ ਮਾਰ ਦਿਓਗੇ। ਇਸੇ ਤਰੀਕੇ ਨਾਲ ਵਿਸ਼ਵ ਦੀਆਂ ਸਾਰੀਆਂ ਲਿਪੀਆਂ ਨੇ ਸਰੂਪ ਗ੍ਰਹਿਣ ਕੀਤਾ ਹੈ, ਜਿਹਨੂੰ ਅੱਜ ਅਸੀਂ ਮਾਡਰਨ ਰੂਪ ਦੇ ਵਿੱਚ ਰੋਮਨ ਸਕ੍ਰਿਪਟ ਕਹਿ ਦਿੰਦੇ ਆ। ਉਹਦੇ ਵਿੱਚ ਬਿਲਕੁਲ ਸਿੱਧੇ ਜਾਂ ਗੁਲਾਈਦਾਰ ਅੱਖਰ A ਹੈ ਜਿਹੜਾ ਉਹ ਬਿਲਕੁਲ ਸਿੱਧੀਆਂ ਡੰਡੀਆਂ, B ਹੈ ਗੁਲਾਈਦਾਰ ਹੈ, V W Z ਸਿੱਧੀਆਂ ਲਾਈਨਾਂ ਹੈ। ਇਸੇ ਤਰੀਕੇ ਨਾਲ ਉਹਦੇ ਵਿੱਚ ਅੱਖਰ ਜਾਂ ਪੂਰਨ ਗੁਲਾਈਦਾਰ ਜਾਂ ਸਿੱਧੀਆਂ ਰੇਖਾਵਾਂ ਵਾਲੇ ਹੈ। ਚੀਨ ਦੀ ਲਿਪੀ ਹੈ, ਤੁਸੀਂ ਦੇਖੋਗੇ ਉਹ ਚ ਲਾਈਨਾਂ ਮਾਰ ਕੇ ਇੱਕ ਦੂਸਰੇ ਨਾਲ ਕੱਟ ਕੇ ਇਸ ਤਰੀਕੇ ਨਾਲ ਬਣਾਈ ਗਈ ਹੈ। ਗੁਰਮੁਖੀ ਲਿਪੀ ਹੈ ਜਿਹੜੀ ਇਹ ਅਰਧ ਗੁਲਾਈਦਾਰ ਤੇ ਉੱਪਰ ਇਸ ਦੇ ਲਾਈਨ ਵੀ ਆਉਂਦੀ ਹੈ। ਕਈ ਵਾਰੀ ਸ਼ਬਦਾਂ ਦੇ ਵਿੱਚ ਹੀ ਲਾਈਨ ਹੈ ਜਿਹੜੀ ਉਹਨੂੰ ਆਪਾਂ ਇਹ ਕਹਿ ਦਈਏ ਸਮੋ ਦਿੱਤਾ ਜਾਂਦਾ ਹੈ। ਇਸੇ ਤਰੀਕੇ ਨਾਲ ਜਿਹੜੀ ਸਾਡੇ ਕੋਲੇ ਪਰਸ਼ੀਅਨ ਲਿਪੀ ਹੈ ਉਹਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਉਹਦੇ ਅੱਖਰ ਹੈ ਜਿਹੜੇ ਉਹ ਗੁਲਾਈਦਾਰ ਰੂਪ ਦੇ ਵਿੱਚ ਆਏ ਹੋਏ ਹੈ।
ਸਾਡੀ ਹਿੰਦੀ ਦੀ ਜਿਹੜੀਆਂ ਲਿਪੀਆਂ ਉਹ ਗਲਾਈਦਾਰ ਹੈ, ਜਾਂ ਅਸੀਂ ਕਹਿ ਦਈਏ ਕਿ ਹਿੰਦੁਸਤਾਨ ਦੇ ਇਸ ਸਾਰੇ ਖਿੱਤੇ ਦੀਆਂ ਲਿਪੀਆਂ ਅਰਧ ਗਲਾਈਦਾਰ ਬਣਦੀਆਂ। ਹੁਣ ਜਿੱਥੋਂ ਗੱਲ ਅਸੀਂ ਆਪਣੀ ਸ਼ੁਰੂ ਕੀਤੀ ਸੀ ਉਹ ਇਹ ਹੈ ਕਿ ਜਦੋਂ ਲਿਪੀ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਵਿਦਵਾਨਾਂ ਨੇ, ਮੈਂ ਇੱਕ ਤੁਹਾਨੂੰ ਪੁਸਤਕ ਦਿਖਾਉਣੀ ਚਾਹੂੰਗਾ। ਇਹ ਪੁਸਤਕ ਭਾਸ਼ਾ ਵਿਭਾਗ ਵੱਲੋਂ ਛਾਪੀ ਹੋਈ ਹੈ, ਭਾਰਤ ਦੀ ਪ੍ਰਾਚੀਨ ਲਿਪੀ ਮਾਲਾ। ਇਸ ਪੁਸਤਕ ਦੇ ਵਿੱਚ ਜਿਹੜੇ ਸਾਡੇ ਵਿਦਵਾਨਾਂ ਨੇ, ਖੋਜਕਰਤਾਵਾਂ ਨੇ ਕੀ ਕੀਤਾ ਹੈ ਕਿ ਵੱਖ-ਵੱਖ ਪਲੇਟਾਂ ਦਿੱਤੀਆਂ ਹੋਈਆਂ ਕਿ ਕਿਸ ਲਿਪੀ ਦੇ ਵਿੱਚ ਕਿਸ ਕਿਸਮ ਦੇ ਅੱਖਰ ਵਰਤੇ ਜਾਂਦੇ ਸੀ। ਇਸ ਲਈ ਇਹ ਮੰਨਿਆ ਜਾ ਸਕਦਾ ਹੈ, ਜੇ ਸਾਨੂੰ ਕੋਈ ਸਿੱਧੇ ਤੌਰ ਤੇ ਪੁੱਛੇ ਕਿ ਭਾਰਤ ਵਿੱਚ ਲਿਪੀ ਦਾ ਆਰੰਭ ਕਦੋਂ ਹੋਇਆ, ਤਾਂ ਅਸੀਂ ਮੰਨ ਸਕਦੇ ਹਾਂ ਕਿ 400 ਤੋਂ 500 ਈਸਾ ਪੂਰਵ ਹੋਇਆ। ਤੇ ਜਿਹੜੀ ਪਹਿਲੀ ਸਾਡੀ ਹਿੰਦੁਸਤਾਨ ਦੇ ਵਿੱਚ ਪ੍ਰਮਾਣਿਕ ਤੌਰ ਤੇ ਸਾਨੂੰ ਲਿਪੀ ਲਿਖੀ ਹੋਈ ਮਿਲਦੀ ਹੈ, ਉਹ ਸਾਨੂੰ ਉਹਨੂੰ ਅੱਜ ਕੱਲ ਬ੍ਰਹਮੀ ਲਿਪੀ ਦਾ ਸਰੂਪ ਦਿੱਤਾ ਜਾਂਦਾ ਹੈ। ਤੇ ਇਹ ਵੀ ਇਤਿਹਾਸਕਾਰ ਮੰਨ ਕੇ ਚੱਲਦੇ ਆ ਕਿ ਵੇਦਾਂ ਤੋਂ ਪਹਿਲਾਂ ਜਾਂ ਵੇਦਾਂ ਦੇ ਸਮੇਂ ਵੀ ਇੱਥੇ ਕੋਈ ਲਿਪੀ ਪ੍ਰਚਲਿਤ ਨਹੀਂ ਸੀ। ਇਹਦੇ ਬਾਰੇ ਮੈਕਸ ਮੂਲਰ ਇਸੇ ਪੁਸਤਕ ਦੇ ਵਿੱਚ ਆਪਣਾ ਹਵਾਲਾ ਦਿੰਦੇ ਆ। ਉਹ ਇਸ ਤੱਥ ਨੂੰ ਕਈ ਭਾਰਤੀ ਵਿਦਵਾਨ ਝੁਠਲਾਉਂਦੇ ਵੀ ਹੈ ਕਿ ਐਸਾ ਨਹੀਂ ਹੋ ਸਕਦਾ ਕਿ ਕੱਲਾ ਉਦੋਂ ਜ਼ਬਾਨੀ ਸੀ, ਥੋੜਾ ਬਹੁਤਾ ਲਿਖਤ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਵੀ ਜ਼ਰੂਰ ਆਧਾਰ ਹੋਊਗਾ। ਪਰ ਸੀਮਾ ਉਹਦੀ ਇਹ ਮੰਨੀ ਜਾਂਦੀ ਹੈ ਕਿ ਉਦੋਂ ਭੋਜ ਪੱਤਰਾਂ ਤੇ, ਤਾੜ ਪੱਤਰਾਂ ਤੇ ਇਸ ਕਿਸਮ ਦੇ ਲੱਕੜੀ ਦੇ ਬਣੇ ਹੋਏ ਮਟੀਰੀਅਲ ਦੇ ਉੱਪਰ ਲਿਖਿਆ ਜਾਂਦਾ ਸੀ, ਜਿਹਦੀ ਉਮਰ ਸੈਂਕੜੇ ਹਜ਼ਾਰਾਂ ਸਾਲਾਂ ਤੱਕ ਨਹੀਂ ਸੀ। ਹੋ ਸਕਦਾ ਹੈ ਜਿਹੜੀਆਂ ਸ਼ੁਰੂ ਦੀਆਂ ਸਾਡੇ ਕੋਲੇ ਲਿਪੀ ਦੀਆਂ ਬਣ ਗਈਆਂ ਹੋਣ, ਉਹ ਕਿਧਰੇ ਨਾ ਕਿਧਰੇ ਗਵਾਚ ਗਈਆਂ ਹੋਣ। ਹੁਣ ਸਾਨੂੰ ਕੁਝ ਇਹੋ ਜਿਹੇ ਚਿੰਨ੍ਹ ਸ਼ਿਲਾ ਲੇਖਾਂ ਦੇ ਵਿੱਚ, ਪੱਥਰਾਂ ਦੇ ਉੱਪਰ ਜਾਂ ਮਿੱਟੀ ਦੇ ਬਰਤਨਾਂ ਦੇ ਉੱਪਰ ਲਿਖੇ ਹੋਏ ਜਿਹੜੇ ਮਿਲੇ ਆ, ਉਹਨਾਂ ਨੂੰ ਆਧਾਰ ਬਣਾ ਕੇ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਸਾਰੀ ਖੋਜ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚ ਇਹੀ ਮੰਨਿਆ ਜਾਂਦਾ ਹੈ ਕਿ ਵਿਸ਼ਵ ਪੱਧਰ ਤੇ ਭਾਵੇਂ ਫਨੀਸ਼ੀਅਨ ਲਿਪੀ ਸਭ ਤੋਂ ਪੁਰਾਤਨ ਹੈ, ਪਰ ਭਾਰਤੀ ਸੰਦਰਭ ਦੇ ਵਿੱਚ 400 ਜਾਂ 500 ਈਸਾ ਪੂਰਵ ਦੇ ਦਰਮਿਆਨ ਜਿਹੜੀ ਲਿਪੀ ਆਈ ਹੈ, ਜਿਹਨੂੰ ਅੱਜ ਅਸੀਂ ਬ੍ਰਹਮੀ ਦਾ ਨਾਮ ਦਿੰਦੇ ਆ, ਉਹੀ ਸਭ ਤੋਂ ਪੁਰਾਤਨ ਭਾਰਤ ਦੀ ਲਿਪੀ ਮੰਨੀ ਜਾਂਦੀ ਹੈ। ਤੇ ਬਾਕੀ ਸਾਰੀਆਂ ਲਿਪੀਆਂ ਇੱਕ ਜਾਂ ਦੂਜੇ ਰੂਪ ਦੇ ਵਿੱਚ, ਕਿਸੇ ਨੇ ਉਹ ਤੋਂ ਸਿਧਾਂਤਕ ਸੇਧ ਲਈ, ਕਿਸੇ ਨੇ ਉਸ ਤੋਂ ਵਰਨਾਂ ਦੇ ਜਿਹੜੀ ਧਵਨੀ ਦੀ ਸੇਧ ਲਈ, ਕਿਸੇ ਨੇ ਤਰਤੀਬ ਦੀ ਸੇਧ ਲਈ। ਕਿਉਂਕਿ ਜਿਸ ਤਰੀਕੇ ਨਾਲ ਸਾਰੇ ਮਨੁੱਖ ਥੋੜੇ ਬਹੁਤੇ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਆ, ਉਹਨਾਂ ਦਾ ਪਹਿਰਾਵਾ, ਉਹਨਾਂ ਦੇ ਘਰ ਕਿਤੋਂ ਨਾ ਕਿਤੋਂ ਥੋੜੇ ਇੱਕ ਦੂਸਰੇ ਨਾਲ ਮਿਲਦੇ ਆ, ਇਸੇ ਤਰੀਕੇ ਨਾਲ ਲਿਪੀਆਂ ਵੀ ਅਸੀਂ ਬਿਲਕੁਲ ਕਲੀਅਰ ਕੱਟ ਇੱਕ ਦੂਸਰੇ ਨਾਲੋਂ ਵੱਖਰੀਆਂ ਨਹੀਂ ਕਰ ਸਕਦੇ। ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜੀਆਂ ਬਹੁਤੀਆਂ ਇੱਕ ਦੂਜੇ ਨਾਲ ਸਮਾਨਤਾ ਵੀ ਰੱਖਦੇ ਨੇ ਜੀ। ਤੇ ਸਰ, ਜਦੋਂ ਹੁਣ ਆਪਾਂ ਲਿਪੀ ਦੇ ਵਿੱਚੋਂ ਗੁਰਮੁਖੀ ਲਿਪੀ ਨੂੰ ਦੇਖਦੇ ਹਾਂ ਤੇ ਗੁਰਮੁਖੀ ਲਿਪੀ ਦੇ ਬਾਰੇ ਸਾਨੂੰ ਵਿਦਵਾਨਾਂ ਦੀਆਂ ਪੁਸਤਕਾਂ ਵੀ ਮਿਲਦੀਆਂ, ਜੀਵੀ ਸਿੰਘ ਹੋਰਾਂ ਦੀ ਪੁਸਤਕ ਮਿਲਦੀ ਹੈ ਜੀ, ਕਾਲਾ ਸਿੰਘ ਬੇਦੀ ਹੋਰਾਂ ਦੀ ਪੁਸਤਕ। ਤੇ ਇਸ ਦੇ ਬਾਰੇ ਜੇਕਰ ਤੁਸੀਂ ਇਸ ਨੂੰ, ਜਦੋਂ ਗੁਰਮੁਖੀ ਲਿਪੀ ਦੇ ਬਾਰੇ ਤੁਹਾਡਾ ਦ੍ਰਿਸ਼ਟੀਕੋਣ ਕਿਸ ਤਰ੍ਹਾਂ ਦਾ, ਜਾਂ ਸਾਨੂੰ ਇਸ ਦੀ ਜਾਣਕਾਰੀ ਤੁਸੀਂ ਦਿਓ ਕਿ ਇਸ ਦਾ ਆਰੰਭ ਵੀ ਫਿਰ ਕਿਸ ਲਿਪੀ ਦੇ ਵਿੱਚ ਹੁੰਦਾ ਤੇ ਕਿਸ ਤਰ੍ਹਾਂ ਹੁੰਦਾ ਹੈ। ਦੇਖੋ, ਜਦੋਂ ਅਸੀਂ ਲਿਪੀ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਸਮਝਣ ਵਾਸਤੇ ਦੋ ਤਰ੍ਹਾਂ ਦੇ ਆਧਾਰ ਲੈਣੇ ਪੈਂਦੇ ਆ। ਇੱਕ ਆਧਾਰ ਅਸੀਂ ਉਹ ਕਹਿੰਦੇ ਆ ਕਿ ਜੋ ਸਾਨੂੰ ਇਤਿਹਾਸ ਦੀਆਂ ਪੁਸਤਕਾਂ ਦੇ ਵਿੱਚੋਂ ਮਿਲਦਾ ਹੈ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਕੋਲੇ ਲਿਪੀ ਨਾਲ ਸੰਬੰਧਿਤ ਪੁਸਤਕਾਂ ਮਿਲਦੀਆਂ, ਲਿਪੀ ਨਾਲ ਸੰਬੰਧਿਤ ਵੱਖ-ਵੱਖ ਵਿਅਕਤੀਆਂ ਦੇ ਵਿਚਾਰ ਮਿਲਦੇ ਆ, ਜਿਨ੍ਹਾਂ ਨੂੰ ਆਧਾਰ ਬਣਾ ਕੇ ਅਸੀਂ ਧਾਰਨਾਵਾਂ ਬਣਾਉਣੇ ਆ। ਜਾਂ ਲਿਪੀ ਦੀਆਂ ਸਾਡੇ ਤੋਂ ਪਹਿਲਾਂ ਤੋਂ ਪੂਰਵ ਪ੍ਰਚਲਿਤ ਕੁਝ ਪਲੇਟਾਂ ਮਿਲਦੀਆਂ, ਤਾੜ ਪੱਤਰ ਮਿਲਦੇ ਆ, ਪੱਥਰ ਲਿਖਤਾਂ ਮਿਲਦੀਆਂ, ਜਿਨ੍ਹਾਂ ਦੇ ਆਧਾਰ ਤੇ ਅਸੀਂ ਜੇ ਕੁਝ ਚਿੰਨ੍ਹ ਦੂਸਰੇ ਨਾਲ ਮਿਲਣ, ਅਸੀਂ ਕਹਿ ਦਿੰਦੇ ਆ ਕਿ ਇਹ ਲਿਪੀ ਦਾ ਇਤਿਹਾਸ ਹੈ, ਜਿਹੜਾ ਉਹਦਾ ਵਰਣਨ ਕਰਨ ਦਾ ਇੱਕ ਤਰੀਕਾ ਉਹ ਹੋ ਸਕਦਾ ਹੈ। ਦੂਸਰਾ ਤਰੀਕਾ ਇਹ ਹੁੰਦਾ ਹੈ ਕਿ ਕਿਸੇ ਲਿਪੀ ਦੇ ਵਿੱਚ ਤੁਹਾਡਾ ਸਾਹਿਤ ਕਦੋਂ ਤੋਂ ਮਿਲਦਾ ਹੈ। ਜੇ ਅਸੀਂ ਗੁਰਮੁਖੀ ਲਿਪੀ ਦੀ ਗੱਲ ਕਰੀਏ ਤਾਂ ਇਹਦਾ ਸਾਹਿਤ ਸਾਡੇ ਕੋਲੇ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤਨ ਉਸ ਰੂਪ ਦੇ ਵਿੱਚ ਨਹੀਂ ਮਿਲਦਾ। ਜਿਹੜੀਆਂ ਪ੍ਰਾਪਤਨ ਸਾਡੀਆਂ ਲੋਕ ਵਾਰਾਂ ਉਹਨਾਂ ਬਾਰੇ ਮੰਨਿਆ ਜਾਂਦਾ ਹੈ, ਹੋ ਸਕਦਾ ਕਿਸੇ ਹੋਰ ਲਿਪੀ ਵਿੱਚੋਂ ਲਿਖੀਆਂ ਹੋਣ, ਪਰ ਅਸੀਂ ਲੋਕ ਵਾਰਾਂ ਨੂੰ ਇਹੀ ਮੰਨ ਕੇ ਚੱਲਦੇ ਆਂ ਉਹ ਲੋਕ ਕਹਾਣੀਆਂ ਬਾਤਾਂ ਵਾਂਗ ਸੀਨਾ ਬਸੀਨਾ ਚੱਲਦੀਆਂ ਸੀ। ਤਾਂ ਉਸ ਸਮੇਂ ਜੇ ਅਸੀਂ ਗੁਰਮੁਖੀ ਲਿਪੀ ਦੀ ਗੱਲ ਕਰੀਏ ਤਾਂ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਪੋਥੀ ਨੂੰ ਗੁਰਮੁਖੀ ਲਿਪੀ ਦਾ ਪਹਿਲਾ ਆਧਾਰ ਮੰਨ ਕੇ ਉਸ ਤੋਂ ਅੱਗੇ ਨੂੰ ਚੱਲੀਏ ਤਾਂ ਉਹਦੇ ਬਾਰੇ ਸਾਡੇ ਕੋਲੇ ਇੱਕ ਬੜਾ ਵਧੀਆ ਤੱਥ ਹੈ ਜਿਹੜਾ ਉਸ ਸੱਭਿਆਚਾਰ ਦੇ ਵਿੱਚੋਂ ਸਾਨੂੰ ਉਪਲਬਧ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੀ ਜਿਹੜੇ, ਉਹਨਾਂ ਦੀ ਪਰਿਵਾਰਕ ਪਿੱਠ ਭੂਮੀ ਵਪਾਰੀ ਵਾਲੀ ਸੀ ਜੀ। ਕਿਉਂਕਿ ਤੁਹਾਡੇ ਯਾਦ ਹੋਣਾ ਹੈ ਗੁਰੂ ਨਾਨਕ ਸਾਹਿਬ ਦਾ ਜਦੋਂ ਬਚਪਨ ਛੋਟੇ ਬੱਚਿਆਂ ਨੂੰ ਲੇਖਾਂ ਦੇ ਵਿੱਚ ਵੀ ਪੜ੍ਹਾਇਆ ਜਾਂਦਾ ਹੈ ਤਾਂ ਕਿਹਾ ਜਾਂਦਾ ਕਿ ਉਹਨਾਂ ਨੂੰ ਮੁੱਢਲਾ ਕਾਰਜ ਹੈ ਜਿਹੜਾ ਉਹ ਮੋਦੀਖਾਨੇ ਦਾ ਦਿੱਤਾ ਗਿਆ ਸੀ।
ਤੇ ਮੋਦੀਖਾਨਾ ਜਿਹੜਾ ਹੈ ਕੁਦਰਤੀ ਤੌਰ ਤੇ ਉਹਦਾ ਹਿਸਾਬ ਕਿਤਾਬ ਵੀ ਲਿਖਤ ਰੂਪ ਦੇ ਵਿੱਚ ਰੱਖਿਆ ਜਾਂਦਾ ਸੀ। ਸਾਡੇ ਕੋਲੇ ਹੁਣ ਤੱਕ ਲਾਲ ਰੰਗ ਦੀਆਂ ਐ ਲੰਬੀਆਂ ਖੁੱਲਣ ਵਾਲੀਆਂ ਵਹੀਆਂ ਪਈਆਂ ਹੁੰਦੀਆਂ ਸੀ, ਜਿਹਦੇ ਵਿੱਚ ਵਪਾਰਕ ਲੋਕ ਆਪਣਾ ਹਿਸਾਬ ਕਿਤਾਬ ਰੱਖਦੇ ਸੀ, ਤੇ ਵਪਾਰੀ ਲੋਕਾਂ ਦੇ ਹਿਸਾਬ ਕਿਤਾਬ ਰੱਖਣ ਵਾਲੀ ਲਿਪੀ ਸੀ ਜਿਹੜੀ ਉਹਨੂੰ ਲੰਡੇ ਕਿਹਾ ਜਾਂਦਾ ਸੀ ਜੀ। ਕੁਦਰਤੀ ਹੈ ਜੇ ਗੁਰੂ ਨਾਨਕ ਸਾਹਿਬ ਨੂੰ ਮੋਦੀਖਾਨੇ ਬਾਰੇ ਮੰਨਿਆ ਜਾਂਦਾ ਹੈ ਕਿ ਉਹਦੇ ਨਾਲ ਸੰਬੰਧਿਤ ਪਰਿਵਾਰ ਦੇ ਵਿੱਚੋਂ ਉਹ ਆਏ, ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਮੋਦੀਖਾਨਾ ਚਲਾਓ, ਤਾਂ ਉਹਨਾਂ ਦਾ ਇਸ ਲਿਪੀ ਨਾਲ ਜ਼ਰੂਰ ਸਰੋਕਾਰ ਹੋਊਗਾ। ਇਸੇ ਲਈ ਪਹਿਲਾ ਤੱਥ ਮੈਂ ਇਹ ਮੰਨਦਾ ਕਿ ਉਸ ਸਮੇਂ ਦੀ ਜਿਹੜੀ ਲੋਕ ਲਿਪੀ ਹੈ, ਇਸ ਖਿੱਤੇ ਦੀ ਲਿਪੀ ਹੈ, ਉਹ ਲੰਡੇ ਸੀ। ਤੇ ਜਦੋਂ ਲੰਡਿਆਂ ਦੇ ਵਿੱਚ ਉਹਨਾਂ ਨੇ ਆਪਣੀ ਪੋਥੀ ਲਿਖੀ, ਤਾਂ ਦੂਸਰਾ ਪ੍ਰਮਾਣ ਸਾਨੂੰ ਇਸ ਤੋਂ ਅਗਲਾ ਜਿਹੜਾ ਸਟੈਪ ਹੈ ਉਹ ਇਹ ਮਿਲਦਾ ਹੈ ਕਿ ਲੰਡਿਆਂ ਦੇ ਵਿੱਚ ਲਿਖਿਆ ਜਿਹੜਾ ਹੁੰਦਾ ਸੀ, ਜੇ ਲਗਾ ਮਾਤਰਾ ਨਹੀਂ ਲੱਗੀਆਂ ਤਾਂ ਉਹਦੇ ਵਿੱਚ ਉਸ ਨੂੰ ਆਪਣੇ ਤਰੀਕੇ ਨਾਲ ਪੜ੍ਹਿਆ ਜਾ ਸਕਦਾ ਸੀ। ਤਾਂ ਇਹ ਪ੍ਰਮਾਣਕ ਸਾਡੇ ਕੋਲੇ ਤੱਥ ਹੈ ਕਿ ਇਤਿਹਾਸਕ ਤੌਰ ਤੇ ਵੀ ਇਹਦੇ ਪ੍ਰਮਾਣ ਮਿਲਦੇ ਹੈ ਕਿ ਜੋ ਪੋਥੀਆਂ ਗੁਰੂ ਨਾਨਕ ਸਾਹਿਬ ਨੇ ਲੰਡਿਆਂ ਦੇ ਵਿੱਚ ਜਾਂ ਉਸ ਸਮੇਂ ਬਿਨਾਂ ਲਗਾ ਮਾਤਰਾਵਾਂ, ਲੰਡੇ ਉਹਨਾਂ ਨੂੰ ਕਹਿੰਦੇ ਆ ਜਿਹੜੇ ਲਗਾ ਮਾਤਰਾ ਤੋਂ ਵਿਹੀਨ ਹੋਣ, ਲਗਾ ਮਾਤਰਾ ਲਗਾ ਕੇ ਗੁਰੂ ਅੰਗਦ ਸਾਹਿਬ ਨੇ ਇਸ ਲਿਪੀ ਨੂੰ ਥੋੜਾ ਹੋਰ ਸੋਧਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜੋ ਲਿਖਿਆ ਉਹ ਠੀਕ ਰੂਪ ਦੇ ਵਿੱਚ ਪੜ੍ਹਿਆ ਜਾ ਸਕੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਅੰਗਦ ਦੇਵ ਜੀ ਸਮਕਾਲੀ ਸੀ। ਉਹਨਾਂ ਨੂੰ ਪਤਾ ਸੀ ਕਿ ਕਿਸੇ ਸ਼ਬਦ ਦਾ ਉਚਾਰਨ ਕਿਵੇਂ ਹੋ ਰਿਹਾ ਹੈ। ਇਸ ਕਰਕੇ ਹੋ ਸਕਦਾ ਜੇ ਕਈ ਸਦੀਆਂ ਦਾ ਗੈਪ ਪੈ ਜਾਂਦਾ ਤਾਂ ਉਹਨਾਂ ਸ਼ਬਦਾਂ ਦਾ ਸਹੀ ਸਰੂਪ ਸਾਡੇ ਤੱਕ ਨਾ ਪਹੁੰਚਦਾ, ਕਿਉਂਕਿ ਇਹ ਮੰਨਿਆ ਜਾਣ ਵਾਲਾ ਸੱਚ ਹੋ ਸਕਦਾ ਹੈ ਕਿ ਉਹਨਾਂ ਨੇ ਉਹਨਾਂ ਸ਼ਬਦਾਂ ਨੂੰ ਉਚਾਰ ਰੂਪ ਦੇ ਵਿੱਚ ਸੁਣਿਆ ਹੋਵੇ, ਜਿਸ ਕਰਕੇ ਉਹਨਾਂ ਨੂੰ ਲਗਾ ਮਾਤਰਾ ਲਾਉਣ ਦੇ ਵਿੱਚ ਵੀ ਸਹੂਲਤ ਆਈ ਹੋਵੇ। ਇਸ ਕਰਕੇ ਅਸੀਂ ਗੁਰਮੁਖੀ ਲਿਪੀ ਦਾ ਆਰੰਭ ਲੰਡਿਆਂ ਤੋਂ, ਉਸ ਦਾ ਦੂਸਰਾ ਪੜਾਅ ਲਗਾ ਮਾਤਰਾ ਵਾਲਾ ਗੁਰੂ ਅੰਗਦ ਦੇਵ ਜੀ ਤੋਂ ਮੰਨਦੇ ਹਾਂ। ਜਦੋਂ ਗੁਰੂ ਅੰਗਦ ਦੇਵ ਜੀ ਨੇ ਲਗਾ ਮਾਤਰਾ ਲਵਾਈਆਂ ਤਾਂ ਲਿਪੀ ਵੀ ਸਾਡੇ ਸੱਭਿਆਚਾਰ ਵਾਂਗ ਆਪਣਾ ਸਰੂਪ ਵੀ ਬਦਲਦੀ ਹੈ ਤੇ ਲਗਾਤਾਰ ਉਹ ਆਪਣੇ ਆਪ ਨੂੰ ਸੰਵਾਰਦੀ ਵੀ ਜਾਂਦੀ ਹੈ। ਜਦੋਂ ਤੱਕ ਗੁਰੂ ਅਰਜਨ ਸਾਹਿਬ ਜਿਹੜਾ ਸਾਡੇ ਕੋਲੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾ ਵੱਡਾ ਪ੍ਰਮਾਣਿਕ ਨਾ ਬਦਲਿਆ ਜਾਣ ਵਾਲਾ ਸਬੂਤ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੂਬਸੂਰਤੀ ਇਤਿਹਾਸਕ ਤੇ ਲਿਪੀ ਦੇ ਪੱਖ ਤੋਂ ਬਹੁਤ ਵੱਡੀ ਹੈ। ਲਿਪੀ ਦੇ ਪੱਖ ਤੋਂ ਵੱਡੀ ਕਿਉਂ ਹੈ? ਕਿਉਂਕਿ ਉਸ ਦੇ ਵਿੱਚ ਲਾਏ ਗਏ ਸ਼ਬਦਾਂ ਨੂੰ ਬਿਲਕੁਲ ਵੀ ਵਧਾਇਆ ਘਟਾਇਆ ਨਹੀਂ ਗਿਆ। ਬਹੁਤ ਘੱਟ ਹੁੰਦਾ ਹੈ ਕਿ ਇੰਨੇ ਸਮੇਂ ਦੇ ਵਿੱਚ ਸ਼ਬਦਾਂ ਦੇ ਵਿੱਚ ਕੋਈ ਤੋੜ ਮਰੋੜ ਨਾ ਆਵੇ, ਜਿਵੇਂ ਅੱਜ ਕੱਲ ਨਵੇਂ ਸ਼ਬਦਾਂ ਦੇ ਵਿੱਚ ਆਈ ਆ, ਆਪਾਂ ਅੱਗੇ ਗੱਲ ਕਰਾਂਗੇ। ਤਾਂ ਸਾਡੇ ਕੋਲ ਇੱਕ ਪ੍ਰਮਾਣਿਕ ਤੇ ਠੋਸ ਸਰੂਪ ਆਇਆ, ਜਾਂ ਅਸੀਂ ਕਹੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜਿਹੜੇ ਸੰਸਕ੍ਰਿਤ ਤੇ ਹੋਰ ਭਾਸ਼ਾਵਾਂ ਦੇ ਵੀ ਵਿਦਵਾਨ ਸੀ, ਉਹਨਾਂ ਦੋਨਾਂ ਨੇ ਬਾਕੀ ਵਿਦਵਾਨਾਂ ਦੇ ਸਹਿਯੋਗ ਨਾਲ ਇਸ ਵੱਡੇ ਗ੍ਰੰਥ ਦੀ ਸਿਰਜਣਾ ਕੀਤੀ ਜਾਂ ਸੰਪਾਦਨਾ ਕੀਤੀ, ਤਾਂ ਉਸ ਨੂੰ ਅਸੀਂ ਪੰਜਾਬੀ ਲਿਪੀ ਦਾ ਭਾਸ਼ਾ ਦੇ ਨਾਲ ਨਾਲ ਟਕਸਾਲੀ ਸਰੂਪ ਆਖ ਸਕਦੇ ਹਾਂ। ਤਾਂ ਅਸੀਂ ਇਹ ਮੰਨ ਸਕਦੇ ਹਾਂ ਕਿ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਪੀ ਨੂੰ ਟਕਸਾਲੀ ਸਰੂਪ ਪ੍ਰਦਾਨ ਕੀਤਾ ਗਿਆ, ਇਹ ਗੁਰਮੁਖੀ ਲਿਪੀ ਦਾ ਇੱਕ ਠੋਸ ਆਧਾਰ ਸੀ। ਇੱਥੋਂ ਤੱਕ ਆਉਂਦੇ ਆਉਂਦੇ ਲਿਪੀ ਦੇ ਤਿੰਨ ਪ੍ਰਮੁੱਖ ਜਿਹੜੇ ਪਸਾਰ ਹੈ ਸਾਡੇ ਸਾਹਮਣੇ ਆਉਂਦੇ ਆ। ਪਹਿਲੀ ਸਾਡੇ ਕੋਲੇ ਇਕੱਲੇ ਵਰਨ ਵਾਲੀ ਜਾਂ ਆਪਾਂ ਇਹ ਕਹਿ ਦਈਏ ਕਿ ਲਗਾ ਮਾਤਰਾ ਤੋਂ ਮੁਕਤ ਲਿਪੀ ਗੁਰੂ ਨਾਨਕ ਸਾਹਿਬ ਦੁਆਰਾ ਪ੍ਰਾਪਤ ਹੋਈ। ਗੁਰੂ ਅੰਗਦ ਦੇਵ ਜੀ ਨੇ ਲਗਾ ਮਾਤਰਾ ਲਗਾਈਆਂ, ਗੁਰੂ ਅਰਜਨ ਦੇਵ ਜੀ ਨੇ ਇਹਨੂੰ ਪ੍ਰਮਾਣਿਕ ਠੋਸ ਗ੍ਰੰਥ ਦਾ ਰੂਪ ਦੇ ਕੇ ਇਸ ਨੂੰ ਇੱਕ ਆਪਾਂ ਇਹ ਕਹਿ ਦਈਏ ਕਿ ਇੱਕ ਸਿਸਟਮ ਦੇ ਵਿੱਚ ਪਾਤਾ। ਇਸ ਤੋਂ ਬਾਅਦ ਕੀ ਹੋਇਆ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੱਢਲੇ ਰੂਪ ਦੇ ਵਿੱਚ ਸਾਨੂੰ ਲਿਪੀ ਰੂਪ ਦੇ ਵਿੱਚ ਜੇ ਗੱਲ ਕਰੀਏ ਪ੍ਰਚਲਿਤ ਸੀ, ਤਾਂ ਉਸ ਦੇ ਵਿੱਚ ਸ਼ਬਦਾਂ ਦਾ ਪਦ ਛੇਦ ਨਹੀਂ ਕੀਤਾ ਜਾਂਦਾ ਸੀ। ਸ਼ਬਦ ਇੱਕੋ ਪੰਕਤੀ ਦੇ ਵਿੱਚ, ਇੱਕੋ ਲਾਈਨ ਦੇ ਵਿੱਚ ਲਿਖੇ ਜਾਂਦੇ ਸੀ। ਅੱਜ ਵੀ ਜਿਹੜੇ ਵਿਅਕਤੀ ਸਿੱਖ ਪਰੰਪਰਾ ਨਾਲ ਜੁੜੇ ਹੋਏ ਹੈ, ਉਹਨਾਂ ਵਿੱਚੋਂ ਬਹੁਤੇ ਜਾਣਦੇ ਹੋਣਗੇ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਅੱਜ ਵੀ ਜਿਹੜੀ ਬੀੜ ਦਾ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਹ ਲੜੀਦਾਰ ਰੂਪ ਵਾਲੀ ਜਿਹੜੀ ਲਿਖੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਹੈ, ਉਸੇ ਤੋਂ ਪਾਠ ਕੀਤਾ ਜਾਂਦਾ ਹੈ। ਤਾਂ ਬਾਣੀ ਨੂੰ ਸ਼ੁੱਧ ਰੂਪ ਦੇ ਵਿੱਚ ਕਿਵੇਂ ਪੜ੍ਹਨਾ ਹੈ, ਇਹਦੇ ਲਈ ਅਗਲੇ ਪੜਾਅ ਦੇ ਵਿੱਚ ਕੁਝ ਵਿਦਵਾਨਾਂ ਵੱਲੋਂ ਫਿਰ ਇਹ ਕੋਸ਼ਿਸ਼ ਕੀਤੀ ਗਈ ਕਿ ਅਸੀਂ ਉਹਨਾਂ ਸ਼ਬਦਾਂ ਦਾ ਸੰਧੀ ਛੇਦ ਕਰੀਏ। ਤਾਂ ਸ਼ਬਦਾਂ ਦਾ ਪਦ ਛੇਦ ਕੀਤਾ ਗਿਆ, ਇੱਕ ਪਦ, ਦੂਸਰਾ ਪਦ, ਤੀਸਰਾ ਪਦ। ਜਿਵੇਂ ਤੁਸੀਂ ਅੱਜ ਕੱਲ ਜਿਹੜੇ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ
ਜਾਂ ਜਿਹੜੇ ਸਾਡੇ ਕੋਲੇ ਗੁਟਕਾ ਸਾਹਿਬ ਪ੍ਰਚਲਿਤ ਹੈ ਉਹਨਾਂ ਦੇ ਵਿੱਚ ਅਸੀਂ ਉਹਨਾਂ ਸ਼ਬਦਾਂ ਦਾ ਪਦਛੇਦ ਹੋਇਆ ਦੇਖਦੇ ਹਾਂ। ਇਹ ਸਾਡੀ ਲਿਪੀ ਦਾ ਇਸ ਤੋਂ ਅਗਲਾ ਪੜਾਅ ਮੰਨਿਆ ਜਾ ਸਕਦਾ ਹੈ, ਜਿਸ ਦੇ ਵਿੱਚ ਅੱਜ ਸਾਡੇ ਬਹੁਤ ਸਾਰੇ ਵਿਅਕਤੀਆਂ ਨੂੰ ਪੜ੍ਹਨ ਦੇ ਵਿੱਚ ਸਹੂਲਤ ਹੁੰਦੀ ਹੈ। ਜੇ ਉਹ ਫਾਰ ਐਗਜ਼ਾਮਪਲ ਜਪਜੀ ਸਾਹਿਬ ਵੀ ਪੜ੍ਹਦੇ ਆ ਤਾਂ ਉਹਨਾਂ ਨੂੰ ਏਕ ਓੰਕਾਰ ਤੋਂ ਲੈ ਕੇ ਜਪ ਤੱਕ ਜਿੰਨੇ ਵੀ ਸ਼ਬਦ ਹੈ ਉਹ ਅਲੱਗ-ਅਲੱਗ ਲਿਖੇ ਹੋਏ ਪੜ੍ਹਨ ਨੂੰ ਮਿਲਦੇ ਆ। ਪਹਿਲਾਂ ਇਹ ਇੱਕੋ ਪੰਕਤੀ ਦੇ ਵਿੱਚ ਸੀ। ਜਿਹੜਾ ਪੜ੍ਹਨ ਵਾਲਾ ਵਿਅਕਤੀ ਸੀ ਉਹ ਪਰੰਪਰਾ ਦੇ ਆਧਾਰ ਤੇ, ਆਪਣੇ ਗਿਆਨ ਦੇ ਆਧਾਰ ਤੇ, ਭਾਸ਼ਾ ਬਾਰੇ ਸਮਝ ਦੇ ਆਧਾਰ ਤੇ ਇਹ ਦੇਖਦਾ ਸੀ ਕਿ ਕਿੱਥੋਂ ਤੱਕ ਦਾ ਸ਼ਬਦ ਉਹਨੇ ਉਚਾਰਨਾ ਹੈ, ਅਗਲਾ ਸ਼ਬਦ ਦਾ ਜਿਹੜਾ ਪਦਛੇਦ ਹੈ ਉਹਨੇ ਆਪਣੇ ਆਪ ਕਿੱਥੋਂ ਕਰਨਾ ਹੈ। ਇਸ ਤਰੀਕੇ ਨਾਲ ਜਿਹੜੀ ਲਿਪੀ ਹੈ ਉਹ ਲਗਾਤਾਰ ਵਿਕਾਸ ਕਰਦੀ ਰਹਿੰਦੀ ਹੈ। ਸਾਡੀ ਗੁਰਮੁਖੀ ਲਿਪੀ ਨੇ ਵੀ ਵਿਕਾਸ ਕੀਤਾ। ਸਾਡੀ ਗੁਰਮੁਖੀ ਲਿਪੀ ਦੀ ਪਰੰਪਰਾ ਦਾ ਇਤਿਹਾਸ ਸਾਡੇ ਆਪਣੀ ਜਿਹੜੀ ਇਹ ਕਹੀਏ ਗੁਰਮਤ ਪਰੰਪਰਾ ਦੇ ਵਿੱਚ ਹੀ ਪਿਆ ਹੋਇਆ ਹੈ। ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਜੀ। ਤੇ ਸਰ, ਗੁਰਮੁਖੀ ਲਿਪੀ ਆ ਜਿਹੜੀ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ, ਅੰਕਿਤ ਕਰਨ ਦੇ ਲਈ ਗੁਰਮੁਖੀ ਲਿਪੀ ਦੀ ਵਰਤੋਂ ਆ ਜਿਹੜੀ ਉਹ ਹੋ ਰਹੀ ਹੈ, ਤੇ ਗੁਰਮੁਖੀ ਲਿਪੀ ਦੇ ਅੱਜ ਦੇ ਸਰੂਪ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ? ਦੇਖੋ, ਗੁਰਮੁਖੀ ਲਿਪੀ ਦੇ ਅੱਜ ਦੇ ਸਰੂਪ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ, ਨਾਲ ਹੀ ਮੈਂ ਤੁਸੀਂ ਪਹਿਲਾ ਜਿਹੜਾ ਸਵਾਲ ਦਾ ਭਾਗ ਸੀ ਉਹਦੇ ਵਿੱਚ ਇਹ ਇਸ਼ਾਰਾ ਕੀਤਾ ਕਿ ਗੁਰਮੁਖੀ ਲਿਪੀ ਨੂੰ ਪੰਜਾਬੀ ਲਿਖਣ ਲਈ ਵਰਤ ਰਹੇ ਹਾਂ। ਮੈਂ ਥੋੜੀ ਜਿਹੀ ਇਹਦੀ ਬੈਕਗ੍ਰਾਉਂਡ ਤੁਹਾਨੂੰ ਦੱਸ ਦਿਆਂ ਕਿ ਗੁਰਮੁਖੀ ਨੂੰ ਅੱਜ, ਜਾਂ ਪੰਜਾਬੀ ਨੂੰ ਕਹੀਏ, ਅੱਜ ਪੰਜਾਬੀ ਨੂੰ ਬੋਲਣ ਵਾਲਿਆਂ ਦੀ ਗਿਣਤੀ ਤਕਰੀਬਨ 16.5 ਕਰੋੜ ਹੈ ਜੀ। ਤਕਰੀਬਨ 3 ਕਰੋੜ ਲੋਕ ਦੇ ਕਰੀਬ ਲੋਕ ਉਹ ਹੈ ਜਿਹੜੇ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਨੂੰ ਲਿਖਦੇ ਆ, ਬਾਕੀ ਸ਼ਾਹਮੁਖੀ ਵਿੱਚ ਲਿਖਦੇ ਆ। ਇੱਕ ਸਮਾਂ ਇਹ ਵੀ ਰਿਹਾ ਜਦੋਂ ਸਾਡੀਆਂ ਕੁਝ ਧਾਰਮਿਕ ਲਹਿਰਾਂ, ਜਿਨ੍ਹਾਂ ਦੇ ਵਿੱਚੋਂ ਆਪਾਂ ਕਹਿ ਦਈਏ ਉਦਾਸੀ ਸੰਪਰਦਾਇ ਤੇ ਨਿਰਮਲੇ ਸੰਪਰਦਾਇ ਨੂੰ ਕਿਸੇ ਹੱਦ ਤੱਕ ਦੇਖਿਆ ਜਾ ਸਕਦਾ ਹੈ, ਉਦੋਂ ਦੇਵਨਾਗਰੀ ਅੱਖਰਾਂ ਵਿੱਚ ਵੀ ਪੰਜਾਬੀ ਲਿਖਣ ਦਾ ਰਿਵਾਜ ਰਿਹਾ। ਜਦੋਂ ਅੰਗਰੇਜ਼ ਆਏ, ਅੰਗਰੇਜ਼ਾਂ ਸਮੇਂ ਰੋਮਨ ਦੇ ਵਿੱਚ ਵੀ ਪੰਜਾਬੀ ਨੂੰ ਲਿਖਣ ਦਾ ਰਿਵਾਜ ਰਿਹਾ। ਇਸ ਕਰਕੇ ਸਾਡੀਆਂ ਸਹਿਜ ਰੂਪ ਦੇ ਵਿੱਚ ਦੇਖੀਏ ਤਾਂ ਤਕਰੀਬਨ 4 ਲਿਪੀਆਂ ਪੰਜਾਬੀ ਨੂੰ ਲਿਖਣ ਲਈ ਵਰਤੀਆਂ ਜਾਂਦੀਆਂ ਰਹੀਆਂ। ਉਹਨਾਂ 4 ਲਿਪੀਆਂ ਦੇ ਵਿੱਚੋਂ ਜਿਹੜੀ ਬਾਬਾ ਫਰੀਦ ਹੋਣਾ ਵਾਲੀ ਲਿਪੀ ਹੈ, ਜਿਹਨੂੰ ਅਸੀਂ ਸ਼ਾਹਮੁਖੀ ਕਹਿੰਦੇ ਆ, ਜਿਹੜੀ ਹੋਰ ਸਾਡੇ ਭਗਤਾਂ ਦੁਆਰਾ ਵਰਤੀ ਜਾਣ ਵਾਲੀ ਲਿਪੀ ਹੈ ਉਹ ਦੇਵਨਾਗਰੀ ਲਿਪੀ ਹੋ ਜਾਂਦੀ ਹੈ। ਜਿਹੜੀ ਅੰਗਰੇਜ਼ਾਂ ਨੇ ਆ ਕੇ ਸਾਡੇ ਗ੍ਰੰਥ ਲਿਖੇ, ਬਹੁਤ ਸਾਰੇ ਥਾਵਾਂ ਤੇ ਜਿਹੜੀਆਂ ਭਾਸ਼ਾ ਵਿਭਾਗ ਨੇ ਕਿਤਾਬਾਂ ਛਾਪੀਆਂ, ਲੀਜੈਂਡ ਆਫ ਪੰਜਾਬ ਰਿਚਰਡ ਟੈਂਪਲ ਦੀ, ਉਹਨਾਂ ਨੇ ਨਾਲ ਰੋਮਨ ਸਕ੍ਰਿਪਟ ਵੀ ਦਿੱਤੀ ਹੋਈ ਹੈ। ਕੁਝ ਜਗ੍ਹਾ ਤੇ ਜਿਹੜੇ ਗੋਰੇ ਵਿਅਕਤੀ ਸੀ ਉਹਨਾਂ ਲਈ ਉਹਨਾਂ ਦੀ ਭਾਸ਼ਾ ਸੀ ਜਿਹੜੀ, ਉਸ ਦੇ ਵਿੱਚ ਵੀ ਉਹਨਾਂ ਨੇ ਰੋਮਨ ਸਕ੍ਰਿਪਟ ਦੇ ਵਿੱਚ ਵੀ ਪੰਜਾਬੀ ਨੂੰ ਲਿਖਣ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਗੁਰਮੁਖੀ ਦੀ ਗੱਲ ਕਰਦੇ ਹਾਂ ਤਾਂ ਸਹਿਜ ਰੂਪ ਦੇ ਵਿੱਚ ਹੀ ਸਾਡਾ ਇਸ ਤੋਂ ਮਤਲਬ ਇਹ ਹੁੰਦਾ ਹੈ ਕਿ ਸਿੱਖ ਪਰੰਪਰਾ ਦੇ ਵਿੱਚੋਂ ਆਈ ਹੋਈ ਚੀਜ਼ ਬਾਰੇ ਅਸੀਂ ਗੱਲ ਕਰ ਰਹੇ ਹਾਂ। ਹੁਣ ਗੱਲ ਆਉਂਦੀ ਹੈ ਗੁਰਮੁਖੀ ਲਿਪੀ ਦੇ ਆਧੁਨਿਕ ਸਰੂਪ ਦੀ। ਆਧੁਨਿਕ ਸਰੂਪ ਦੇ ਵਿੱਚ ਕੀ ਤਬਦੀਲੀਆਂ ਆਈਆਂ? 2-3 ਤਰ੍ਹਾਂ ਦੀ ਗੁਰਮੁਖੀ ਨੂੰ ਸਮਝਣ ਵੇਲੇ ਗੱਲਬਾਤ ਚੱਲੀ। ਇੱਕ ਤਾਂ ਇਹ ਕੀਤਾ ਗਿਆ ਕਿ ਗੁਰਮੁਖੀ ਦੇ ਸ਼ਬਦਾਂ ਦਾ ਟਕਸਾਲੀ ਰੂਪ ਬਣਾਇਆ ਜਾਵੇ। ਟਕਸਾਲੀ ਰੂਪ ਤੋਂ ਮਤਲਬ ਹੁੰਦਾ ਹੈ ਕਿ ਇੱਕ ਸ਼ਬਦ ਨੂੰ ਇੱਕੋ ਤਰੀਕੇ ਨਾਲ ਲਿਖਿਆ ਜਾਵੇ। ਇਹਦੇ ਲਈ ਸ਼ਬਦ ਜੋੜ ਕੋਸ਼ ਡਾਕਟਰ ਹਰਕੀਰਤ ਸਿੰਘ ਨੇ ਬਣਾਇਆ। ਜਦੋਂ ਉਹ ਸ਼ਬਦ ਜੋੜ ਕੋਸ਼ ਬਣ ਕੇ ਸਾਡੇ ਸਾਹਮਣੇ ਆਇਆ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਦੇ ਸ਼ਬਦ ਜੋੜਾਂ ਨੂੰ ਨਹੀਂ ਅਪਣਾਇਆ ਗਿਆ। ਉਹ ਪੁਰਾਣੇ ਸ਼ਬਦ ਜੋੜਾਂ ਨੂੰ ਜਾਂ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਾਲੇ ਸ਼ਬਦ ਜੋੜਾਂ ਨੂੰ ਹੀ ਆਧਾਰ ਬਣਾ ਕੇ ਲਿਖਦੇ ਰਹੇ। ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਪੰਜਾਬੀ ਦੇ ਵਿੱਚ ਇੱਕ ਤੋਂ ਵੱਧ ਕਿਸਮ ਦੇ ਸ਼ਬਦ ਜੋੜ ਪ੍ਰਚਲਿਤ ਹੈ। ਆਧੁਨਿਕ ਰੂਪ ਦੇ ਵਿੱਚ ਸਾਨੂੰ ਬਹੁਤ ਵਾਰੀ ਸਮੱਸਿਆ ਇਹ ਆਉਂਦੀ ਹੈ ਕਿ ਅੱਜ ਜਦੋਂ ਪੰਜਾਬੀ ਦੀਆਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਤਾਂ ਉੱਥੇ ਪੁੱਛਿਆ ਜਾਂਦਾ ਕਿ ਸ਼ੁੱਧ ਸ਼ਬਦ ਜੋੜ ਲਿਖੋ, ਤਾਂ ਉੱਥੇ ਸ਼ੁੱਧ ਕਿਸੇ ਸ਼ਬਦ ਨੂੰ ਕਹਿਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਚੈਲੰਜ ਵਾਲੀ ਗੱਲ ਹੈ। ਜਾਂ ਤਾਂ ਉੱਥੇ ਇਹ ਪੁੱਛਿਆ ਜਾਇਆ ਕਰੇ ਕਿ ਤੁਸੀਂ ਹਰਕੀਰਤ ਸਿੰਘ ਦੇ ਸ਼ਬਦ ਜੋੜ ਕੋਸ਼ ਅਨੁਸਾਰ ਸ਼ੁੱਧ ਸ਼ਬਦ ਦੀ ਚੋਣ ਕਰੋ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਹੁਣ ਸ਼ਬਦ ਅਸੀਂ ਇੱਕ ਲਿਖਦੇ ਹਾਂ, ਕੁਝ ਵਿਅਕਤੀ ਈਡੀ ਦੇ ਉੱਪਰ ਅਧਿਕ ਪਾ ਦਿੰਦੇ ਆ, ਕੁਝ ਨਹੀਂ ਪਾਉਂਦੇ, ਵਿੱਚ ਲਿਖਦੇ ਆ, ਕੁਝ ਅਧਿਕ ਪਾਉਂਦੇ ਆ, ਕੁਝ ਨਹੀਂ ਪਾਉਂਦੇ। ਸਿਧਾਂਤ ਹੈ ਉਹਦੇ ਉੱਪਰ ਕੁਝ ਅਧਿਕ ਪਾ ਦਿੰਦੇ ਆ, ਕੁਝ ਨਹੀਂ ਪਾਉਂਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਅਧਿਕ ਪਾਏ ਵਾਲੇ ਸ਼ਬਦ ਗਲਤ ਹੈ, ਅਧਿਕ ਨਾ ਪਾਏ ਵਾਲੇ ਸ਼ਬਦ ਠੀਕ ਹੈ। ਜੇ ਸ਼ੁੱਧ ਕਰਨ ਲਈ ਕਹੋਗੇ ਕਿਹੜੇ ਨੂੰ ਠੀਕ ਮੰਨੀਏ? ਦੂਸਰੀ ਇਹਦੇ ਨਾਲ ਜੁੜੀ ਹੋਈ ਗੱਲ, ਸ਼ਬਦ ਸਮਾਜਿਕ ਹੈ। ਇੱਕ ਥਾਂ ਤੇ ਅਸੀਂ ਉਹਨੂੰ ਸਮਾਜਿਕ ਲਿਖਦੇ ਹਾਂ, ਇੱਕ ਥਾਂ ਤੇ ਸਮਾਜਿਕ ਲਿਖਦੇ ਹਾਂ, ਇੱਕ ਥਾਂ ਤੇ ਸਮਾਜਿਕ ਲਿਖਦੇ ਹਾਂ।
ਤਿੰਨਾਂ ਤਰ੍ਹਾਂ ਦੇ ਵਿੱਚ ਅਸੀਂ ਅਲੱਗ-ਅਲੱਗ ਲਿਖਦੇ ਹਾਂ, ਤਿੰਨਾਂ ਦੇ ਅਰਥ ਦੇ ਵਿੱਚ ਕੋਈ ਪਰਿਵਰਤਨ ਨਹੀਂ। ਸਮੱਸਿਆ ਲਿਪੀ ਲਈ ਇਹ ਆ ਜਾਂਦੀ ਹੈ ਕਿ ਸ਼ੁੱਧ ਕਿਹੜਾ ਹੈ, ਉੱਥੇ ਸ਼ੁੱਧ ਤੇ ਅਸ਼ੁੱਧ ਨੂੰ ਅਸੀਂ ਕਿਵੇਂ ਡਿਫਰੈਂਸ਼ੀਏਟ ਕਰੀਏ। ਇਹ ਵਿਦਿਆਰਥੀਆਂ ਲਈ ਵੀ ਚੁਣੌਤੀ ਹੈ ਤੇ ਸਵਾਲ ਪੁੱਛਣ ਵਾਲਿਆਂ ਲਈ ਵੀ ਮੈਨੂੰ ਲੱਗਦਾ ਇਹ ਗਲਤ ਗੱਲ ਹੈ। ਉਹਨਾਂ ਨੂੰ ਇਹਦੇ ਲਈ ਸਟੈਂਡਰਡ ਫਾਰਮੈਟ ਜਿੱਥੇ ਕੋਈ ਵੀ ਦੁਬਿਧਾ ਨਾ ਹੋਵੇ। ਇਸੇ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਹੀ ਕੋਈ ਗੁਰਮੁਖੀ ਦਾ ਇਹੋ ਜਿਹਾ ਕੰਪੀਟੀਸ਼ਨ ਵਾਲਾ ਆਬਜੈਕਟਿਵ ਟਾਈਪ ਪੇਪਰ ਆਉਂਦਾ ਹੋਵੇ ਜਿਹਦੇ ਵਿੱਚ ਬਾਅਦ ਚ ਸ਼ਬਦਾਂ ਦੀ ਸੁਧਾਈ ਬਾਰੇ ਵਿਦਿਆਰਥੀਆਂ ਵੱਲੋਂ ਇਤਰਾਜ਼ ਨਾ ਉਠਾਏ ਜਾਂਦੇ ਹੋਣ। ਇੱਕ ਤਾਂ ਇਹ ਚੀਜ਼ ਹੈ ਜਿਹੜੀ ਆਧੁਨਿਕ ਲਿਪੀ ਦੇ ਸਰੂਪ ਵੱਲ ਬਹੁਤ ਧਿਆਨ ਦੀ ਮੰਗ ਕਰਦੀ ਹੈ। ਦੂਸਰਾ, ਅੱਜ ਇੱਕ ਸਾਡੇ ਕੋਲੇ ਹੋਰ ਦਿੱਕਤ ਆ ਰਹੀ ਹੈ, ਉਹ ਸ਼ਬਦਾਂ ਦੀ ਜੋੜਨੀ ਦੀ ਹੈ। ਸ਼ਬਦਾਂ ਦੇ ਵਿੱਚ ਪਹਿਲਾਂ ਜਿਵੇਂ ਆਸ-ਪਾਸ, ਨਾਲ-ਨਾਲ, ਉਹਨਾਂ ਨੂੰ ਜੋੜਨ ਵਾਸਤੇ ਵਿਚਕਾਰ ਨੁਕਤਾ ਲਗਾ ਦਿੰਦੇ ਸੀ। ਅੱਜ ਕੱਲ ਉਹ ਨੁਕਤਾ ਨਹੀਂ ਲਾਇਆ ਜਾਂਦਾ ਤੇ ਵਿਦਵਾਨਾਂ ਵੱਲੋਂ ਰਾਏ ਦਿੱਤੀ ਜਾਂਦੀ ਹੈ ਕਿ ਜਦੋਂ ਸ਼ਬਦ ਪ੍ਰਚਲਿਤ ਹੋ ਜਾਂਦਾ ਕਿ ਇਹ ਸ਼ਬਦ ਇਕੱਠਾ ਹੀ ਬੋਲਣਾ ਹੈ, ਉਦੋਂ ਨੁਕਤਾ ਲਾਉਣ ਦੀ ਲੋੜ ਨਹੀਂ। ਇਹਦੇ ਬਾਰੇ ਸਾਡੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਹ ਫੈਸਲਾ ਆਪਾਂ ਕਦੋਂ ਲਿਆ, ਕਦੋਂ ਤੋਂ ਲਾਉਣੋਂ ਹਟਾਇਆ। ਇਹ ਨਹੀਂ ਹੈ ਕਿ ਇੱਕ PhD ਦੇ ਖੋਜ ਪ੍ਰਬੰਧ ਦੇ ਵਿੱਚ ਨਾਲ-ਨਾਲ ਦੇ ਵਿੱਚ ਨੁਕਤਾ ਪਾਇਆ ਹੋਵੇ, ਦੂਜੇ ਚ ਨਾ ਪਾਇਆ ਹੋਵੇ। ਇਸ ਬਾਰੇ ਵੀ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਤੀਸਰੀ ਗੱਲ, ਸਾਡੇ ਕੋਲੇ ਫਾਰਸੀ ਦੇ ਅੱਖਰ ਆਏ, ਅਸੀਂ ਧੁਨਾਂ ਨੂੰ ਸੂਖਮ ਬਣਾਉਣ ਵਾਸਤੇ ਪੈਰਾਂ 'ਚ ਬਿੰਦੀ ਲਾਉਣੀ ਸ਼ੁਰੂ ਕੀਤੀ। ਫਰਜ਼, ਜ਼ਖਮ, ਜ਼ਖੀਰਾ, ਦੋਜ਼ਖ, ਨਜ਼ਰ, ਇਸ ਕਿਸਮ ਦੇ ਸ਼ਬਦ ਅਸੀਂ ਬਣਾਏ। ਉਹਦੇ ਨਾਲ ਕੀ ਹੋਇਆ ਕਿ ਸਾਡੇ ਕੋਲੇ ਪੈਰ ਬਿੰਦੀ ਵਾਲੇ ਸ਼ਬਦ ਆਏ। ਹੁਣ ਕੁਝ ਵਿਦਵਾਨਾਂ ਨੇ ਇਹ ਕਿਹਾ ਕਿ ਜੇ ਕਿਸੇ ਸ਼ਬਦ ਦੇ ਪੈਰ ਚੋਂ ਬਿੰਦੀ ਹਟਾਉਣ ਨਾਲ ਅਰਥ ਦੇ ਵਿੱਚ ਅੰਤਰ ਨਹੀਂ ਆਉਂਦਾ ਤਾਂ ਉਹ ਨਹੀਂ ਲਾਉਣੀ ਚਾਹੀਦੀ। ਪਰ ਇਹਦੇ ਬਾਵਜੂਦ ਭਾਵੇਂ ਅਰਥ ਦੇ ਵਿੱਚ ਅੰਤਰ ਨਾ ਆਵੇ, ਉਹਦੀ ਆਵਾਜ਼ ਜਾਂ ਧੁਨੀ ਦੇ ਵਿੱਚ ਤਾਂ ਅੰਤਰ ਆਉਂਦਾ ਤੇ ਧੁਨੀ ਨਾਲ ਹੀ ਅਰਥ ਹੈ ਜਿਹੜਾ ਉਸ ਨੂੰ ਸਮਝਿਆ ਜਾਂਦਾ। ਜਿਵੇਂ ਮੈਂ ਕਈ ਵਾਰੀ ਉਦਾਹਰਨ ਦਿੰਦਾ ਹੁੰਦਾ ਕਿ ਲਾਈਵ ਤੇ ਲਿਵ ਅੰਗਰੇਜ਼ੀ ਦੇ ਦੋ ਸ਼ਬਦ ਹੈ, ਦੋਨਾਂ ਸ਼ਬਦਾਂ ਦਾ ਜਿਹੜੇ ਵਰਨ ਸਰੂਪ ਇੱਕੋ ਹੀ ਹੈ, ਉਚਾਰ ਸਰੂਪ ਵੱਖਰਾ ਵੱਖਰਾ ਹੈ। ਉਚਾਰ ਸਰੂਪ ਦੇ ਆਧਾਰ ਤੇ ਦੋਨਾਂ ਦੇ ਅਰਥ ਵੀ ਵੱਖਰੇ ਵੱਖਰੇ ਹੈ। ਲਾਈਵ ਦਾ ਮਤਲਬ ਹੁੰਦਾ ਹੈ ਜੋ ਤੁਸੀਂ ਸਿੱਧਾ ਦੇਖ ਰਹੇ ਹੋ, ਲਿਵ ਦਾ ਮਤਲਬ ਹੁੰਦਾ ਜਿੱਥੇ ਤੁਸੀਂ ਰਹਿ ਰਹੇ ਹੋ। ਇਸ ਕਰਕੇ ਸਾਡੀ ਭਾਸ਼ਾ ਦੇ ਵਿੱਚ ਕਿਸੇ ਅੱਖਰ ਦੇ ਪੈਰ ਚੋਂ ਬਿੰਦੀ ਜਾਂ ਆਵਾਜ਼ ਨੂੰ ਤਬਦੀਲ ਕਰਨ ਵਾਲਾ ਜਿਹੜਾ ਚੀਜ਼ ਹੈ ਉਹਨੂੰ ਹਟਾਉਣਾ ਹੈ ਤਾਂ ਉਹਦੇ ਬਾਰੇ ਵੀ ਸਾਨੂੰ ਬਹੁਤ ਪ੍ਰਮਾਣਿਕ ਕਿਸਮ ਦਾ ਪਹਿਲਾਂ ਤੋਂ ਇੱਕ ਇਹੋ ਜਿਹਾ ਖੋਜ ਆਧਾਰ ਵਿਦਿਆਰਥੀਆਂ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਵਿੱਚ, ਮੈਂ ਉਹਨਾਂ ਵਿਦਿਆਰਥੀਆਂ ਦੀ ਗੱਲ ਕਰਦਾ ਜਿਹੜੇ ਪੋਸਟ ਗ੍ਰੈਜੂਏਸ਼ਨ ਜਾਂ ਰਿਸਰਚ ਲੈਵਲ ਦੇ ਹੈ, ਉਹਨਾਂ ਨੂੰ ਦੁਬਿਧਾ ਦਾ ਸ਼ਿਕਾਰ ਨਾ ਹੋਣਾ ਪਵੇ। ਇਸੇ ਤਰੀਕੇ ਨਾਲ ਇੱਕ ਹੋਰ ਕੰਟਰੋਵਰਸੀ ਲਿਪੀ ਦੇ ਵਿੱਚ ਆਈ ਜਿਹੜੀ ਸਮੱਸਿਆ ਬਹੁਤ ਧਿਆਨ ਦਾ ਮੰਗ ਕਰਦੀ ਹੈ, ਉਹ ਹੈ ਪੈਰ 'ਚ ਅੱਖਰ ਪਾਉਣੇ। ਹੁਣ ਜਦੋਂ ਪੈਰ 'ਚ ਅੱਖਰ ਪਾਇਆ ਜਾਂਦਾ ਹੈ, ਫਰਜ਼ ਕਰ ਲਓ ਸ਼ਬਦ ਕਿਰਤ ਹੈ ਜਾਂ ਕਾਮਰਸ ਹੈ, ਪੈਰ 'ਚ ਪਾਏ ਅੱਖਰ, ਮੇਰੇ PhD ਦੇ ਸੁਪਰਵਾਈਜ਼ਰ ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੱਸਦੇ ਸੀ ਕਿ ਜਦੋਂ ਜਿਹੜੇ ਅੱਖਰ ਦੇ ਪੈਰ 'ਚ ਅੱਖਰ ਪਾਇਆ ਜਾਂਦਾ ਹੈ, ਉਹਦੀ ਧੁਨ ਪਹਿਲੇ ਅੱਖਰ ਦੇ ਵਿੱਚ ਸੰਮਿਲਿਤ ਹੋ ਜਾਵੇ, ਉਹਦੇ ਨਾਲ ਜੋੜ ਕੇ ਉਚਾਰੀ ਜਾਵੇ, ਉੱਥੇ ਪੈਰ 'ਚ ਅੱਖਰ ਪਾਇਆ ਜਾਂਦਾ ਹੈ। ਜੇ ਅਸੀਂ ਪਰਕਿਰਤੀ ਤੇ ਪ੍ਰਕਿਰਤੀ, ਇਹਨੂੰ ਉਚਾਰਨ ਦੇ ਵਿੱਚ ਹੀ ਸਾਨੂੰ ਫਰਕ ਲੱਗਦਾ ਹੈ। ਪਰਕਿਰਤੀ ਦਾ ਮਤਲਬ ਹੁੰਦਾ ਦੂਸਰੇ ਵਿਅਕਤੀ ਦੀ ਕਿਰਤ, ਪ੍ਰਕਿਰਤੀ ਦਾ ਮਤਲਬ ਹੁੰਦਾ ਨੇਚਰ। ਇਸ ਕਰਕੇ ਕਮਰਸ, ਜੇ ਅਸੀਂ ਪੈਰ 'ਚ ਰਾਰਾ ਪਾਉਣੇ ਆ ਉਹਦਾ ਅਰਥ ਹੋਰ ਹੈ, ਪੂਰਾ ਰਾਰਾ ਪਾ ਕੇ ਲਿਖਦੇ ਆ ਉਹਦਾ ਅਰਥ ਹੋਰ ਬਣ ਜਾਂਦਾ। ਮੇਰਾ ਮਤਲਬ ਇਹ ਹੈ ਕਿ ਇਹਨਾਂ ਬਾਰੇ ਵੀ ਸਾਨੂੰ ਠੋਸ ਰੂਪ ਦੇ ਵਿੱਚ, ਜੇ ਅਸੀਂ ਮੰਨਦੇ ਹਾਂ ਕਿ ਪੰਜਾਬੀ ਵਿਕਾਸ ਕਰ ਰਹੀ ਹੈ ਤਾਂ ਇਹਦਾ ਟਕਸਾਲੀ ਰੂਪ ਦੇਣ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪਊਗਾ। ਕੁਝ ਸ਼ਬਦ ਹੈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਸੀ, ਅਸੀਂ ਸਾਰੇ ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਦਕ ਨਹੀਂ ਵਰਤਿਆ ਜਾਂਦਾ ਸੀ। ਪੈਰ 'ਚ ਵਾਵਾ, ਪੈਰ 'ਚ ਯਈਆ ਸ਼ਬਦ ਵਰਤੇ ਜਾਂਦੇ ਸੀ, ਅੱਜ ਉਹ ਵਰਤੋਂ ਵਿੱਚ ਨਹੀਂ ਰਹੇ। ਇਹ ਬਹੁਤ ਕੁਦਰਤੀ ਗੱਲ ਹੈ। ਬਹੁਤ ਸਾਰੇ ਜਿਹੜੇ ਸ਼ਬਦ ਹੈ ਉਹਨਾਂ ਦਾ ਸਰੂਪ ਹੈ ਉਹ ਹੌਲੀ ਹੌਲੀ ਬਦਲਦਾ ਰਹਿੰਦਾ ਹੈ, ਪਰ ਜਦੋਂ ਜਦੋਂ ਸਰੂਪ ਉਸ ਦਾ ਬਦਲਦਾ ਉਹਦੇ ਬਾਰੇ ਸਾਨੂੰ, ਜਿਵੇਂ ਅੰਗਰੇਜ਼ਾਂ ਨੇ ਬਦਲਿਆ, ਕਲਰ ਲਿਖਦੇ ਆ ਉਹਦੇ ਵਿੱਚ ਯੂ ਪਹਿਲਾਂ ਪਾਉਂਦੇ ਸੀ, ਹੁਣ ਨਹੀਂ ਪਾਉਂਦੇ। ਇੰਡਸਟਰੀਅਲਾਈਜ਼ ਪਾਉਂਦੇ ਆ, ਕਈ ਐਸ ਨਾਲ ਪਾਉਂਦੇ ਆ, ਕਈ ਜ਼ੈਡ ਨਾਲ ਪਾਉਂਦੇ ਆ। ਮੇਰਾ ਮਤਲਬ ਇਹ ਹੈ ਕਿ ਉਹਨਾਂ ਨੇ ਉੱਥੇ ਵੀ ਇਸ ਕਿਸਮ ਦੀਆਂ ਦੁਬਿਧਾਵਾਂ ਹੈਗੀਆਂ। ਇਹਦੇ ਨਾਲ ਕੋਈ ਭਾਸ਼ਾ ਅਮੀਰ ਜਾਂ ਗਰੀਬ ਨਹੀਂ ਹੁੰਦੀ, ਪਰ ਜਦੋਂ ਕਿਸੇ ਵਿਦਿਆਰਥੀ ਤੋਂ ਪ੍ਰਮਾਣਿਕ ਤੇ ਠੋਸ ਰੂਪ ਦੇ ਵਿੱਚ ਕਿਹਾ ਜਾਵੇ ਕਿ ਬਿਲਕੁਲ ਕਲੀਅਰ ਦੱਸੋ ਕਿ ਕਿਹੜਾ ਠੀਕ ਤੇ ਕਿਹੜਾ ਗਲਤ, ਉੱਥੇ ਸਾਨੂੰ ਜਿਹੜੀਆਂ ਇਹ ਚੁਣੌਤੀਆਂ ਲਿਪੀ ਦੀਆਂ, ਆਧੁਨਿਕ ਲਿਪੀ ਦੀਆਂ ਚੁਣੌਤੀਆਂ, ਇਹਨਾਂ ਗੱਲਾਂ ਵੱਲ ਸਾਨੂੰ ਬਹੁਤ ਬਰੀਕੀ 'ਚ ਧਿਆਨ ਦੇਣ ਦੀ ਲੋੜ ਹੈ। ਜਿਹੜੇ ਵਿਦਿਆਰਥੀ
ਸਾਡੇ ਪੜ੍ਹ ਰਹੇ ਹੈ ਉਹਨਾਂ ਨੂੰ ਮੇਰਾ ਇੱਕ ਸੁਝਾਅ ਜ਼ਰੂਰ ਹੈ ਕਿ ਜਦੋਂ ਤੁਸੀਂ ਕੋਈ ਆਪਣੀ ਖੋਜ ਦੀ ਲਿਖਤ ਲਿਖਣੀ ਹੈ, ਕੋਈ ਪੁਸਤਕ ਆਪਣੀ ਲਿਖ ਰਹੇ ਹੋ, ਤਾਂ ਉਸ ਪੁਸਤਕ ਦੇ ਆਰੰਭ ਦੇ ਵਿੱਚ ਦੱਸੋ ਕਿ ਤੁਸੀਂ ਕਿਹੜੇ ਸ਼ਬਦ ਜੋੜ ਵਰਤ ਰਹੇ ਹੋ ਜੀ। ਜੇ ਤੁਸੀਂ ਸ਼ਬਦ ਜੋੜ ਵਰਤ ਰਹੇ ਹੋ, ਉੱਥੇ ਲਿਖੋ ਕਿ ਮੈਂ ਮੇਰੀ ਪੁਸਤਕ ਦੇ ਵਿੱਚ ਡਾਕਟਰ ਹਰਕੀਰਤ ਸਿੰਘ ਵਾਲੇ ਪੰਜਾਬੀ ਯੂਨੀਵਰਸਿਟੀ ਦੁਆਰਾ ਛਾਪੇ ਗਏ ਸ਼ਬਦ ਜੋੜ ਕੋਸ਼ ਨੂੰ ਆਧਾਰ ਬਣਾ ਕੇ ਲਿਖ ਰਹੇ ਹਾਂ, ਤਾਂ ਉਹਦੇ ਵਿੱਚ ਅੰਦਰ ਵੀ ਇਹ ਹੋਣਾ ਚਾਹੀਦਾ ਹੈ ਕਿ ਇੱਕ ਥਾਂ ਤੇ ਇੱਕ ਸ਼ਬਦ ਜੋੜ, ਦੂਸਰੀ ਥਾਂ ਤੇ ਦੂਸਰਾ ਸ਼ਬਦ ਜੋੜ, ਇਹ ਨਹੀਂ ਹੋਣੇ ਚਾਹੀਦੇ। ਇੱਕ ਲਾਸਟ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਲਿਪੀ ਦੇ ਵਿੱਚ ਵਰਤੇ ਜਾਣ ਵਾਲੇ ਚਿੰਨ੍ਹਾਂ ਦੀ, ਫਰਜ਼ ਕਰ ਲਓ ਅਸੀਂ ਜਿਹੜਾ ਇੱਕ ਮਤਲਬ ਪੂਰਨ ਵਿਰਾਮ ਚਿੰਨ੍ਹ ਹੈ, ਪੂਰਨ ਵਿਰਾਮ ਜਿਹਨੂੰ ਅਸੀਂ ਡੰਡੀ ਕਹਿੰਦੇ ਆ, ਜਿੱਥੇ ਡੰਡੀ ਆਉਂਦੀ ਹੈ ਉੱਥੇ ਵਾਕ ਦਾ ਅੰਤ ਹੋ ਜਾਂਦਾ ਹੈ, ਅਸੀਂ ਉਸ ਵਾਕ ਨੂੰ ਖਤਮ ਕਰ ਦਿੰਦੇ ਹਾਂ। ਜਿੱਥੇ ਕੌਮਾ ਆਉਂਦਾ ਹੈ ਉੱਥੇ ਵਾਕ ਦਾ ਮੱਧ ਆ ਜਾਂਦਾ ਹੈ, ਅਸੀਂ ਵਾਕ ਨੂੰ ਪਹਿਲੇ ਨੂੰ ਬੋਲ ਕੇ ਕੌਮੇ ਤੋਂ ਬਾਅਦ ਅਗਲੇ ਨੂੰ ਬੋਲਦੇ ਹਾਂ। ਜਿੱਥੇ ਬਿੰਦੀ ਕੌਮਾ ਸੈਮੀਕੋਲਨ ਜਿਹਨੂੰ ਕਹਿੰਦੇ ਆ ਉਹ ਆਉਂਦਾ ਹੈ, ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਮਾਮੂਲੀ ਠਹਿਰਾਓ ਲੈਣਾ ਹੈ ਤੇ ਉਸ ਤੋਂ ਬਾਅਦ ਵਾਕ ਨੂੰ ਅੱਗੇ ਚਲਾ ਲੈਣਾ ਹੈ, ਰੁਕਣਾ ਨਹੀਂ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਤੁਸੀਂ 25% ਠਹਿਰਾਓ ਲੈਣਾ ਉੱਥੇ ਸੈਮੀਕੋਲਨ, ਜਿੱਥੇ 50% ਠਹਿਰਾਓ ਲੈਣਾ ਉੱਥੇ ਕੌਮਾ, ਜਿੱਥੇ ਪੂਰਨ ਠਹਿਰਾਓ 100% ਲੈਣਾ ਉੱਥੇ ਡੰਡੀ ਲੱਗਦੀ ਹੈ। ਇਹਨਾਂ ਗੱਲਾਂ ਨੂੰ ਵਿਦਿਆਰਥੀ ਕਈ ਵਾਰੀ ਧਿਆਨ ਦੇ ਵਿੱਚ ਨਹੀਂ ਰੱਖਦੇ, ਇਸ ਕਰਕੇ ਜਦੋਂ ਤੁਸੀਂ ਉਚਾਰਦੇ ਹੋ, ਜੇ ਤੁਸੀਂ ਸੰਧੀ ਛੇਦ ਗੁਰਮੁਖੀ ਲਿਪੀ ਦੇ ਵਿੱਚ ਕੀਤਾ ਹੋਇਆ ਹੈ ਤਾਂ ਵਾਕ ਦੀ ਪਦ ਛੇਦ ਵਾਸਤੇ ਜਾਂ ਵਾਕ ਦੀ ਲੰਬਾਈ ਨੂੰ ਬੋਲਣ ਵਾਲੇ ਦੀ ਸੁਵਿਧਾ ਅਨੁਸਾਰ ਵੰਡਣ ਵਾਸਤੇ ਸਾਨੂੰ ਸੈਮੀਕੋਲਨ, ਕੌਮਾ ਤੇ ਡੰਡੀ ਕਿੱਥੇ ਲਾਉਣੀਆਂ ਚਾਹੀਦੀਆਂ, ਇਹਨਾਂ ਬਾਰੇ ਵੀ ਬਹੁਤ ਵਿਚਾਰ ਤੇ ਧਿਆਨ ਦੇਣ ਦੀ ਲੋੜ ਹੈ। ਇਹਦੇ ਨਾਲ ਲਿਖਤ ਨੂੰ ਪੜ੍ਹਨ ਵਾਲੇ ਤੱਕ ਜਦੋਂ ਲੈ ਕੇ ਜਾਂਦੇ ਆ ਉਸ ਦੇ ਲਈ ਸੁਵਿਧਾ ਹੁੰਦੀ ਹੈ। ਇਸ ਤਰੀਕੇ ਨਾਲ ਅਸੀਂ ਜੇ ਲਿਪੀ ਨੂੰ ਦੇਖੀਏ, ਜਿਵੇਂ ਤੁਸੀਂ ਆ ਸਵਾਲ ਕੀਤਾ ਸੀ ਆਧੁਨਿਕ ਲਿਪੀ ਦੀਆਂ ਕਿਹੜੀਆਂ ਚੁਣੌਤੀਆਂ, ਕਿਹੜਾ ਸਰੂਪ ਹੈ, ਇਹ ਕੁਝ ਪੱਖ ਹੈ ਮੇਰੇ ਮੁਤਾਬਕ ਜਿਹੜੇ ਧਿਆਨ ਦੀ ਮੰਗ ਕਰਦੇ ਆ ਜੀ। ਤੇ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਸਰ ਹੋਰਾਂ ਨੇ ਸਾਨੂੰ ਲਿਪੀ ਦੇ ਇਤਿਹਾਸ ਤੇ ਵਿਕਾਸ ਬਾਰੇ ਦੱਸਿਆ, ਉਸੇ ਤਰ੍ਹਾਂ ਗੁਰਮੁਖੀ ਲਿਪੀ ਦੇ ਇਤਿਹਾਸ, ਵਿਕਾਸ ਤੇ ਆਧੁਨਿਕ ਜਿਹੜੀਆਂ ਉਸ ਦੇ ਸੰਬੰਧੀ ਸਾਨੂੰ ਕੁਝ ਜਾਣਕਾਰੀਆਂ ਜਿਹੜੀਆਂ ਉਹ ਵੀ ਸਰ ਹੋਰਾਂ ਨੇ ਦਿੱਤੀਆਂ। ਤੇ ਸਰ ਤੁਹਾਡਾ ਇਸ ਜਾਣਕਾਰੀ ਦੇ ਲਈ ਬਹੁਤ ਧੰਨਵਾਦ। ਧੰਨਵਾਦ ਡਾਕਟਰ ਰਵਿੰਦਰ ਸਿੰਘ। ਤੇ ਪਿਆਰੇ ਦਰਸ਼ਕੋ, ਤੁਹਾਡਾ ਵੀ ਬਹੁਤ ਧੰਨਵਾਦ।